ਸਤਨਾਮ ਸ਼੍ਰੀ ਵਾਹਿਗੁਰੂ ਜੀ। ਗੁਰੂ ਪਿਆਰਿਓ, ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਸੰਪੂਰਨ ਜੀਵਾਂ ਦਾ ਕਲਿਆਣ ਕਰਦੇ ਕਰਦੇ ਜਾ ਰਹੇ ਸਨ ਤਾਂ ਇੱਕ ਸਿੱਖ ਰਾਸਤੇ ਦੇ ਵਿੱਚ ਮਿਲਿਆ ਤੇ ਗੁਰੂ ਜੀ ਦੇ ਅੱਗੇ ਅਰਦਾਸ ਕੀਤੀ, ਸਤਿਗੁਰ ਜੀ, ਸਿੱਖੀ ਕਰਨੀ ਚੰਗੀ ਹੈ ਜਾਂ ਫਕੀਰੀ ਕਰਨੀ ਚੰਗੀ ਹੈ। ਫਿਰ ਗੁਰੂ ਜੀ ਨੇ ਉਸ ਨੂੰ ਕਿਹਾ, ਸੁਣ ਭਾਈ ਸਿੱਖਾ, ਤੂੰ ਸਾਡਾ ਇੱਕ ਕੰਮ ਕਰ। ਫਲਾਣੇ ਗਰਾਊਂਡ ਦੇ ਵਿੱਚ ਸਾਡਾ ਇੱਕ ਸਿੱਖ ਰਹਿੰਦਾ ਹੈ, ਉਸ ਸਿੱਖ ਦੇ ਕੋਲ ਜਾ ਤੇ ਸਾਡਾ ਲਿਖਿਆ ਲੈ ਜਾ, ਪ੍ਰਸ਼ਾਦਾ ਉਸ ਦੇ ਘਰੋਂ ਫੇਰ ਛਕਣਾ ਹੈ। ਜਦੋਂ ਉਹ ਸਿੱਖ ਰੁਪਈਆਂ ਦਾ ਬੰਦੋਬਸਤ ਕਰ ਲਵੇ, ਜਦੋਂ ਫੇਰ ਤੂੰ ਉੱਥੋਂ ਆਵੇਂਗਾ ਤੈਨੂੰ ਸਿੱਖੀ ਦੇ ਬਾਰੇ ਦੱਸਾਂਗੇ। ਉਹ ਸਿੱਖ ਹੱਥ ਜੋੜ ਕੇ ਕਹਿਣ ਲੱਗਾ, ਜੋ ਹੁਕਮ ਸੋਹੀ ਕਰਾਂਗਾ ਜੀ। ਉਸ ਸਿੱਖ ਨੇ ਗੁਰੂ ਜੀ ਦੇ ਅੱਗੇ ਇਹ ਬੇਨਤੀ ਕੀਤੀ ਤਾਂ ਗੁਰੂ ਨਾਨਕ ਦੇਵ ਜੀ ਨੇ ਹੁਕਮਨਾਮਾ ਉਸ ਸਿੱਖ ਦੇ ਵੱਲ ਲਿਖ ਦਿੱਤਾ ਤੇ ਸਿੱਖ ਹੁਕਮਨਾਮਾ ਲੈ ਕੇ ਤੁਰ ਗਿਆ। ਜਦੋਂ ਉਸ ਸ਼ਹਿਰ ਦੇ ਬਾਹਰ ਜਾ ਕੇ ਖੜਾ ਹੋਇਆ ਤੇ ਪੁੱਛਣ ਲੱਗਾ ਕਿ ਅਮਕੇ ਸਿੱਖ ਦਾ ਘਰ ਕਿੱਥੇ ਹੈ, ਕਿਸੇ ਨੇ ਉਸ ਨੂੰ ਦੱਸਿਆ ਕਿ ਭਾਈ ਫਲਾਣੇ ਅਸਥਾਨ ਉਸ ਦਾ ਘਰ ਹੈ। ਤਾਂ ਉਹ ਪੁੱਛਦਾ ਉਸ ਸਿੱਖ ਨੂੰ ਜਾ ਮਿਲਿਆ ਤਾਂ ਸਿੱਖ ਨੇ ਉੱਠ ਕੇ ਉਸ ਨੂੰ ਮੱਥਾ ਟੇਕਿਆ ਤੇ ਆਨੰਦ ਕੁਸ਼ਲ ਪੁੱਛੀ, ਸਤਿਕਾਰ ਕੀਤਾ। ਉਸ ਸਿੱਖ ਦੇ ਘਰ ਦੇ ਹਾਲਾਤ ਇਸ ਤਰ੍ਹਾਂ ਦੇ ਸੀ, ਜੇ ਦਿਨੇ ਰੋਟੀ ਜੁੜਦੀ ਸੀ ਤਾਂ ਰਾਤ ਨੂੰ ਨਹੀਂ ਸੀ ਜੁੜਦੀ, ਜੇ ਰਾਤ ਨੂੰ ਜੁੜਦੀ ਸੀ ਤਾਂ ਦਿਨ ਨੂੰ ਨਹੀਂ ਸੀ ਜੁੜਦੀ। ਉਸ ਦੇ ਘਰ ਇੱਕ ਲੜਕੀ ਸੀ, ਉਸ ਲੜਕੀ ਦਾ 1000 ਰੁਪਈਆ ਇੱਕ ਸ਼ਾਹੂਕਾਰ ਦਿੰਦਾ ਸੀ, ਉਹ ਸਿੱਖ ਨਹੀਂ ਸੀ ਲੈਂਦਾ। ਇੰਨੇ ਚਿਰ ਨੂੰ ਉਸ ਸਿੱਖ ਨੇ ਕਿਹਾ, ਜੀ ਪ੍ਰਸ਼ਾਦਾ ਤਿਆਰ ਹੈ ਜੀ, ਚੱਲ ਕੇ ਪਾਓ ਜੀ। ਤਾਂ ਉਹ ਹੁਕਮਨਾਮੇ ਵਾਲਾ ਸਿੱਖ ਕਹਿਣ ਲੱਗਾ, ਸੁਣ ਭਾਈ ਸਿੱਖਾ, ਇਹ ਗੁਰੂ ਜੀ ਦਾ ਹੁਕਮਨਾਮਾ ਹੈ, ਸੋ ਤੂੰ ਪੜ੍ਹ ਲੈ। ਤਾਂ ਗ੍ਰਸਤੀ ਸਿੱਖ ਨੇ ਹੁਕਮਨਾਮਾ ਲੈ ਕੇ ਨੇਤਰਾਂ ਤੇ ਲਾਇਆ ਤੇ ਫਿਰ ਉਸ ਨੂੰ ਸੀਸ ਦੇ ਉੱਪਰ ਰੱਖਿਆ। ਜਦੋਂ ਉਸ ਨੂੰ ਖੋਲ ਕੇ ਪੜ੍ਹਿਆ ਤਾਂ ਉਸ ਉੱਪਰ ਲਿਖਿਆ ਹੈ ਕਿ 100 ਰੁਪਈਆ ਸਾਡੀ ਭੇਟਾ ਹੈ, 50 ਰੁਪਈਏ ਇਸ ਸਿੱਖ ਦੀ ਭੇਟਾ ਕਰਨੀ। ਤਾਂ ਉਸਨੇ ਕਿਹਾ, ਜੀ ਪ੍ਰਸ਼ਾਦਾ ਪਾਵੋ। ਤਾਂ ਹੁਕਮਨਾਮੇ ਵਾਲਾ ਸਿੱਖ ਕਹਿਣ ਲੱਗਾ, ਮੈਨੂੰ ਗੁਰੂ ਜੀ ਦਾ ਇਹ ਹੁਕਮ ਹੈ ਕਿ ਰੁਪਈਏ ਲੈ ਕੇ ਪ੍ਰਸ਼ਾਦਾ ਛਕਣਾ ਹੈ। ਤਾਂ ਗ੍ਰਸਤੀ ਸਿੱਖ ਆਪਣੀ ਇਸਤਰੀ ਨੂੰ ਕਹਿਣ ਲੱਗਾ, ਕਿਉਂ ਗੁਰੂ ਦੀ ਪਿਆਰੀਏ, ਕਿਸ ਤਰ੍ਹਾਂ ਕਰੀਏ। ਉਸ ਸਿੱਖਣੀ ਨੇ ਕਿਹਾ, ਸੁਆਮੀ ਜੀ ਚਿੰਤਾ ਨਾ ਕਰੋ, ਤਨ ਵੀ ਗੁਰੂ ਦਾ, ਮਨ ਵੀ ਗੁਰੂ ਦਾ, ਅਸੀਂ ਵੀ ਗੁਰੂ ਦੇ ਤੇ ਸਾਡੀ ਲੜਕੀ ਵੀ ਗੁਰੂ ਜੀ ਦੀ। ਉਹ ਸ਼ਾਹੂਕਾਰ 1000 ਰੁਪਈਆ ਦਿੰਦਾ ਹੈ, ਉਸ ਪਾਸੋਂ ਜਿੰਨੇ ਰੁਪਈਆਂ ਦੀ ਲੋੜ ਹੈ ਸੋ ਲੈ ਕੇ ਵਿਆਹ ਦਿਓ। ਤਾਂ ਗ੍ਰਸਤੀ ਸਿੱਖ ਨੇ ਕਿਹਾ, ਭਲਾ ਸਿੱਖਣੀਏ। ਇਹ ਸਲਾਹ ਕਰਦਿਆਂ ਉਹਨਾਂ ਨੂੰ 4 ਘੜੀਆਂ ਲੱਗ ਗਈਆਂ। ਉਹ ਹੁਕਮਨਾਮੇ ਵਾਲਾ ਸਿੱਖ ਉਹਨਾਂ ਦਾ ਗੁਜ਼ਾਰਾ ਦੇਖ ਕੇ ਕਹਿਣ ਲੱਗਾ, ਪਰਮੇਸ਼ਰ ਜੀ, ਇਹਨਾਂ ਦਾ ਤਾਂ ਗੁਜ਼ਾਰਾ ਨਹੀਂ ਹੁੰਦਾ, ਤਾਂ ਇਹ ਰੁਪਈਆਂ ਦਾ ਬੰਦੋਬਸਤ ਕਿੱਥੋਂ ਕਰ ਦੇਣਗੇ। ਉਹ ਸਿੱਖ ਇਹੋ ਗਿਣਤੀ ਕਰ ਰਿਹਾ ਸੀ। ਇੰਨੇ ਚਿਰ ਨੂੰ ਉਹ ਗ੍ਰਸਤੀ ਸਿੱਖ ਉੱਠ ਕੇ ਉਸ ਸ਼ਾਹੂਕਾਰ ਦੀ ਦੁਕਾਨ ਤੇ ਗਿਆ ਤੇ ਜਾ ਕੇ ਪੈਰੀ ਪੈਣਾ ਕਰਕੇ ਬੈਠ ਗਿਆ। ਉਹ ਸ਼ਾਹੂਕਾਰ ਨੇ ਆਖਿਆ, ਆਓ ਭਾਈ, ਕਿਸ ਕੰਮ ਵਾਸਤੇ ਆਇਆ ਹੈ। ਉਸ ਗ੍ਰਸਤੀ ਸਿੱਖ ਨੇ ਉਸ ਸ਼ਾਹੂਕਾਰ ਨੂੰ ਕਿਹਾ, ਜੀ ਤੁਸੀਂ ਮੈਨੂੰ 150 ਰੁਪਇਆ ਦਿਓ ਤਾਂ ਮੇਰੀ ਲੜਕੀ ਤੁਸੀਂ ਵਿਆਹ ਲਓ। ਉਹ ਸ਼ਾਹੂਕਾਰ ਕਹਿਣ ਲੱਗਾ, ਭਾਈ ਸਿੱਖਾ, ਤੂੰ ਕੁਝ ਹੋਰ ਵੀ ਲੈ ਲੈ। ਤਾਂ ਉਹ ਗ੍ਰਸਤੀ ਸਿੱਖ ਨੇ ਕਿਹਾ, ਮੈਨੂੰ ਸਿਰਫ 150 ਰੁਪਇਆ ਦੀ ਲੋੜ ਹੈ। ਤਾਂ ਉਸ ਸ਼ਾਹੂਕਾਰ ਨੇ 150 ਰੁਪਇਆ ਉਸ ਨੂੰ ਦੇ ਕੇ ਵਿਦਿਆ ਕੀਤਾ। ਤਾਂ ਉਹ ਸਿੱਖ 150 ਰੁਪਇਆ ਲੈ ਕੇ ਉਸ ਹੁਕਮਨਾਮੇ ਵਾਲੇ ਸਿੱਖ ਦੇ ਕੋਲ ਆਇਆ ਤੇ 100 ਰੁਪਇਆ ਹੁਕਮਨਾਮੇ ਦਾ ਭੇਟ ਕੀਤਾ ਤੇ 50 ਰੁਪਏ ਉਸ ਸਿੱਖ ਦੇ ਭੇਟ ਕੀਤੇ। ਤਾਂ ਪ੍ਰਸ਼ਾਦਾ ਛਕਿਆ ਤੇ ਪੈਸੇ ਲੈ ਕੇ ਉਸਨੇ ਉਹਨਾਂ ਦੇ ਪਾਸੋਂ ਰੁਖਸਤ ਮੰਗੀ। ਤਾਂ ਉਹ ਗ੍ਰਸਤੀ ਸਿੱਖ ਤੇ ਉਸ ਦੀ ਸਿੱਖਣੀ ਨੇ ਉਸ ਸਿੱਖ ਦੇ ਚਰਨਾਂ ਦੇ ਉੱਪਰ ਮੱਥਾ ਟੇਕਿਆ ਤੇ ਹੱਥ ਜੋੜ ਕੇ ਕਿਹਾ, ਜੀ ਧੰਨ ਸਾਡੇ ਭਾਗ ਹਨ ਜੋ ਸਤਿਗੁਰੂ ਨਾਨਕ ਜੀ ਦੇ ਹੁਕਮਨਾਮੇ ਦਾ ਦਰਸ਼ਨ ਪਾਇਆ ਹੈ, ਅਤੇ ਧੰਨ ਭਾਈ ਤੁਸੀਂ ਹੋ ਜੋ 8 ਪੈਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਸ ਰਹਿੰਦੇ ਹੋ।
ਇਹ ਬਾਤਾਂ ਕਰਕੇ ਉਹ ਸਿੱਖ ਉੱਥੋਂ ਚੱਲਦਾ ਰਿਹਾ, ਪਰ ਮਨ ਦੇ ਵਿੱਚ ਕਹਿਣ ਲੱਗਾ, ਭਾਈ ਧੰਨ ਗੁਰੂ ਪੂਰਾ ਹੈ ਅਤੇ ਧੰਨ ਗੁਰੂ ਨਾਨਕ ਦੇਵ ਜੀ ਦੇ ਸਿੱਖ ਹਨ। ਹੁਣ ਹੁਕਮਨਾਮੇ ਵਾਲਾ ਸਿੱਖ ਰਸਤੇ ਦੇ ਵਿੱਚ ਚੱਲਿਆ ਆ ਰਿਹਾ ਸੀ। ਉਸ ਨੇ ਰਸਤੇ ਦੇ ਵਿੱਚ ਕਿਹਾ ਦੇਖਿਆ ਇੱਕ ਫਕੀਰ ਉੱਥੇ ਬੈਠਾ ਹੋਇਆ ਹੈ। ਉਸ ਦੇ ਪਾਸ ਛਾਂ ਦੇਖ ਕੇ ਉਹ ਹੁਕਮਨਾਮੇ ਵਾਲਾ ਸਿੱਖ ਉਸ ਦੇ ਕੋਲ ਜਾ ਬੈਠਾ। ਜਦੋਂ 2 ਘੜੀਆਂ ਬੀਤੀਆਂ ਤਾਂ ਇੱਕ ਸੁਦਾਗਰ ਆਇਆ। ਉਸ ਨੇ ਇੱਕ ਥਲ ਪ੍ਰਸ਼ਾਦ ਦਾ ਉਸ ਫਕੀਰ ਦੇ ਅੱਗੇ ਰੱਖ ਕੇ ਮੱਥਾ ਟੇਕਿਆ ਅਤੇ ਦੁਸ਼ਾਲਾ ਫਕੀਰ ਦੇ ਉੱਪਰ ਦੇ ਦਿੱਤਾ। ਫਿਰ ਜਦੋਂ 2 ਘੜੀਆਂ ਬੀਤੀਆਂ ਤਾਂ ਇੱਕ ਹੋਰ ਮੁਸਾਫਰ ਆਇਆ। ਉਸ ਨੇ ਉਹ ਥਾਲ ਵੀ ਚੁੱਕ ਲਿਆ ਅਤੇ ਫਕੀਰ ਦੇ ਉੱਪਰੋਂ ਦੁਸ਼ਾਲਾ ਵੀ ਖਿੱਚ ਕੇ ਤੁਰ ਗਿਆ। ਤਾਂ ਉਸ ਫਕੀਰ ਨੇ ਦੇਣ ਵਾਲੇ ਨੂੰ ਇਹ ਨਹੀਂ ਕਿਹਾ ਕਿ ਤੇਰਾ ਭਲਾ ਹੋ ਜਾਵੇ, ਲਾ ਕੇ ਲੈਣ ਜਾਣ ਵਾਲੇ ਨੂੰ ਇਹ ਨਹੀਂ ਆਖਿਆ ਕਿ ਤੇਰਾ ਬੁਰਾ ਹੋਵੇ। ਉਸ ਫਕੀਰ ਨੇ ਦੋਹਾਂ ਵਿੱਚੋਂ ਕਿਸੇ ਨੂੰ ਭਲੀ ਬੁਰੀ ਨਹੀਂ ਕਹੀ, ਸਦਾ ਹੀ ਇੱਕ ਰਸ ਰਿਹਾ। ਆਏ ਦਾ ਹਰਖ ਨਹੀਂ, ਗਏ ਦਾ ਸੋਗ ਨਹੀਂ। 4 ਘੜੀਆਂ ਬੈਠ ਕੇ ਉਹ ਉੱਥੋਂ ਚੱਲਦਾ ਰਿਹਾ। ਜਦੋਂ ਉਹ ਸਿੱਖ ਕਿੰਨੀ ਦੂਰ ਅੱਗੇ ਆਇਆ ਤਾਂ ਉਸ ਨੂੰ ਰਾਤ ਪੈ ਗਈ। ਤਾਂ ਉਹ ਇੱਕ ਦਰਖਤ ਦੇ ਹੇਠਾਂ ਜਾ ਬੈਠਾ। ਉਸ ਦਰਖਤ ਦੇ ਉੱਪਰ ਇੱਕ ਜੋੜਾ ਪੰਛੀਆਂ ਦਾ ਰਹਿੰਦਾ ਸੀ, ਪਰ ਉਹ ਪੰਛੀ ਵੀ ਗੁਰੂ ਜੀ ਦੇ ਘਰ ਦੇ ਸਿੱਖ ਸਨ। ਜਦੋਂ ਉਸ ਪੰਛੀ ਨੇ ਦੇਖਿਆ ਤਾਂ ਆਪਣੀ ਇਸਤਰੀ ਨੂੰ ਪੁੱਛਿਆ ਕਿ ਪਰਮੇਸ਼ਰ ਦੀ ਪਿਆਰੀਏ, ਸਾਡਾ ਇਹ ਅਭਿਆਸਤ ਆਇਆ ਹੈ, ਇਹ ਭੁੱਖਾ ਰਹੇਗਾ ਤਾਂ ਸਾਨੂੰ ਪ੍ਰਾਚਿਤ ਹੋਵੇਗਾ। ਫਿਰ ਉਹ ਪੰਛਣੀ ਕਹਿਣ ਲੱਗੀ, ਹੇ ਪਰਮੇਸ਼ਰ ਦੇ ਪਿਆਰੇ, ਇਸ ਵਕਤ ਦਿਨ ਹੋਵੇ ਤਾਂ ਕੋਈ ਸਮੱਸਿਆ ਨਹੀਂ, ਕੋਈ ਇੰਤਜ਼ਾਮ ਹੋ ਜਾਣਾ ਸੀ, ਪਰ ਹੁਣ ਤੇ ਸਾਡਾ ਸਰੀਰ ਹਾਜ਼ਰ ਹੈ। ਇੰਨਾ ਕਹਿ ਕੇ ਉਹ ਪੰਛੀ ਤੇ ਪੰਛਣੀ ਉੱਡ ਕੇ ਧੂਏ ਵਿੱਚੋਂ ਚੰਗਿਆੜਾ ਚੁੰਝ ਨਾਲ ਪਕੜ ਕੇ ਲਿਆਏ ਤੇ ਉਸ ਸਿੱਖ ਦੇ ਅੱਗੇ ਸੁੱਟ ਦਿੱਤਾ ਅਤੇ ਉੱਤੋਂ ਆਲਣੇ ਦੇ ਕੱਖ ਸੁੱਟ ਦਿੱਤੇ। ਉਸ ਨੇ ਅੱਗ ਬਾਲੀ ਤਾਂ ਚਾਨਣ ਹੋ ਗਿਆ। ਉਸ ਸਿੱਖ ਨੇ ਚਾਨਣ ਹੋਣ ਨਾਲ ਕੱਖ ਇਕੱਠਾ ਕਰਕੇ ਭਾਂਬੜ ਬਾਲਿਆ। ਤਾਂ ਫਿਰ ਉਸ ਪੰਛਣੀ ਨੇ ਆਖਿਆ, ਹੇ ਪਿਆਰੇ, ਮੈਂ ਇਸ ਵਿੱਚ ਜਾ ਪੈਣੀ ਹਾਂ, ਇਹ ਭੁੰਨ ਕੇ ਖਾ ਲਵੇਗਾ। ਉਹਦੇ ਪੰਛੀ ਨੇ ਕਿਹਾ, ਭਲੀ ਬਾਤ ਹੈ। ਪੰਛਣੀ ਅੱਗ ਦੇ ਵਿੱਚ ਜਾ ਪਈ। ਉਸ ਪੰਛੀ ਨੇ ਦੇਖਿਆ ਕਿ ਇਸਤਰੀ ਤਾਂ ਮੁਕਤ ਹੋ ਗਈ ਹੈ, ਪਿੱਛੇ ਕੀ ਰਹਿਣਾ ਹੈ। ਇਹ ਵਿਚਾਰ ਕਰਕੇ ਪੰਛੀ ਵੀ ਅੱਗ ਦੇ ਵਿੱਚ ਜਾ ਪਿਆ। ਉਸ ਨੇ ਦੋਨਾਂ ਨੂੰ ਭੁੰਨ ਕੇ ਖਾਧਾ ਤੇ ਫੇਰ ਸੋ ਗਿਆ। ਜਦੋਂ ਪ੍ਰਾਤಃਕਾਲ ਹੋਈ ਤਾਂ ਉਹ ਸਿੱਖ ਗੁਰੂ ਜੀ ਦੇ ਪਾਸ ਪਹੁੰਚਾ ਅਤੇ ਚਰਨਾਂ ਦੇ ਉੱਪਰ ਮੱਥਾ ਟੇਕ ਕੇ ਬੈਠ ਗਿਆ। ਫਿਰ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ, ਸੁਣ ਭਾਈ ਸਿੱਖਾ, ਤੇਰੀ ਨਿਸ਼ਾ ਹੋਈ ਹੈ ਕਿ ਨਹੀਂ। ਫਿਰ ਉਸ ਸਿੱਖ ਨੇ ਕਿਹਾ, ਸਤਿਗੁਰ ਜੀ, ਆਪ ਸਰਬ ਸ਼ਕਤੀਮਾਨ ਹੋ, ਧੰਨ ਗੁਰੂ ਹੈ, ਧੰਨ ਗੁਰੂ ਦੇ ਸਿੱਖ ਹਨ। ਫਿਰ ਗੁਰੂ ਜੀ ਨੇ ਕਿਹਾ, ਸੁਣ ਭਾਈ ਸਿੱਖਾ, ਜੇਕਰ ਗ੍ਰਸਤੀ ਸਿੱਖ ਬਣਨਾ ਹੈ ਤਾਂ ਉਹਨਾਂ ਪੰਛੀਆਂ ਦੀ ਤਰ੍ਹਾਂ ਕਰ, ਜਾਂ ਹੁਕਮਨਾਮਾ ਮੰਨਣ ਵਾਲੇ ਸਿੱਖ ਦੀ ਤਰ੍ਹਾਂ ਬਣ। ਜੇਕਰ ਘਰ ਛੱਡ ਕੇ ਬਾਹਰ ਨਿਕਲਿਆ ਹੈ ਤਾਂ ਚਾਹੇ ਉਸ ਫਕੀਰ ਦੇ ਵਾਂਗ ਬਣ। ਜਦੋਂ ਉਸ ਸਿੱਖ ਨੇ ਗੁਰੂ ਜੀ ਦੀਆਂ ਇਹ ਗੱਲਾਂ ਸੁਣੀਆਂ ਤਾਂ ਉਸ ਨੇ ਗੁਰੂ ਜੀ ਦੇ ਚਰਨਾਂ ਦੇ ਉੱਪਰ ਮੱਥਾ ਟੇਕਿਆ ਅਤੇ ਅਰਦਾਸ ਕੀਤੀ ਤੇ ਗੁਰੂ ਜੀ ਨੂੰ ਕਿਹਾ, ਸਤਿਗੁਰ ਜੀ, ਇਹ ਤਾਂ ਦੋਨੋਂ ਮਾਰਗ ਔਖੇ ਹਨ। ਜੇਕਰ ਆਪ ਕਿਰਪਾ ਕਰੋ ਤਾਂ ਮੇਰੇ ਪਿਛਲੇ ਗੁਨਾਹ ਮਾਫ ਕਰੋ ਜੀ। ਆਪ ਜੀ ਦਾ ਦਰਸ਼ਨ ਕੀਤਾ ਹੈ, ਮੇਰੇ ਉੱਪਰ ਮਿਹਰ ਕਰੋ ਜੀ। ਫਿਰ ਗੁਰੂ ਜੀ ਨੇ ਉਸ ਦੇ ਉੱਪਰ ਕਿਰਪਾ ਦ੍ਰਿਸ਼ਟੀ ਕੀਤੀ ਤੇ ਕਿਹਾ, ਭਾਈ ਸਿੱਖਾ, ਧਰਮ ਦੀ ਕਿਰਤ ਕਰਨੀ, ਆਏ ਸਿੱਖ ਦੀ ਸੇਵਾ ਟਹਿਲ ਕਰਨੀ ਤੇ ਸਤਿਨਾਮ ਦਾ ਸਿਮਰਨ ਕਰਨਾ, ਤੇਰਾ ਵੀ ਭਲਾ ਹੋ ਜਾਵੇਗਾ ਤੇ ਅੰਤ ਨੂੰ ਸਤਗਤੀ ਨੂੰ ਪ੍ਰਾਪਤ ਹੋਵੇਗਾ।